ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ। ਦੋਸਤੋ ਇਹ ਵਾਲੀ ਵੀਡੀਓ ਹੁੰਦੀ ਸਾਡੀ Q&A ਯਾਨੀ ਕਿ ਕੁਐਸਚਨ ਦੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤਾਂ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦੇਣਾ ਹੁੰਦਾ। ਤੁਸੀਂ ਬਹੁਤ ਪਸੰਦ ਕਰਦੇ ਹੋ ਇਸ ਵੀਡੀਓ ਨੂੰ ਕਿਉਂਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਉਹ ਘਰੇ ਬੈਠੇ ਹੀ ਮਿਲ ਜਾਂਦੇ ਨੇ। ਸੋ ਤੁਸੀਂ ਕੁਛ ਵੀ ਮੈਨੂੰ ਪੁੱਛ ਸਕਦੇ ਹੋ, ਕਿਸੇ ਵੀ ਵੀਜ਼ਾ ਬਾਰੇ, ਕੋਈ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਡੀ ਇਨਕੁਆਰੀ ਹੈ, ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ, ਤੁਸੀਂ ਮੇਰੀ ਕਿਸੇ ਵੀਡੀਓ 'ਤੇ ਕਮੈਂਟ ਕਰੋਗੇ, ਮੈਂ ਤੁਹਾਡੇ ਉਹਨਾਂ ਕਮੈਂਟਾਂ ਦਾ ਜਵਾਬ ਇਸ ਵੀਡੀਓ 'ਚ ਅਗਲੇ ਦਿਨ 8:30 ਵਜੇ ਜ਼ਰੂਰ ਦਊਂਗਾ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A। ਸਭ ਤੋਂ ਪਹਿਲਾ ਕਮੈਂਟ ਹੈ ਜੀ ਰਾਣਾ ਰशीद अली ਦਾ। ਲਿਖਦੇ ਨੇ, भाजी अगर वीज़ा 15 दिनों का है तो स्टे 15 दिन का ही कर सकते हैं या फिर 6 मंथ का स्टे कर सकते हैं? नहीं जी, बिल्कुल नहीं। जितना आपकी वीज़ा की लेंथ है, जो आपकी वीज़ा की वैलिडिटी है, आप उतना ही स्टे कर सकते हैं। ठीक है, ये 15 दिन 20 दिन का वीज़ा यहाँ ज़्यादातर लगता है शेंगन कंट्रीज़ में। शेंगन कंट्री आपको 15 दिन 20 दिन या 1 महीने का वीज़ा देते हैं, या रशिया 15 दिन 20 दिन का वीज़ा दे देता है। ठीक है, तो यदि आपके पास 15 दिन का वीज़ा तो आपको 15 दिन ही रुकना पड़ेगा। जो बड़े कंट्री हैं जैसे यूके है, कनाडा है, अमेरिका है, कनाडा और अमेरिका जो आपको वीज़ा देता है वो 10 ईयर का देता है। कनाडा आपकी पासपोर्ट की वैलिडिटी के मुताबिक देता है, जितनी आपकी पासपोर्ट की वैलिडिटी है उतना वीज़ा लग जाता है, पर अमेरिका आपको 10 ईयर का वीज़ा देता है। तो इन दोनों कंट्री में आप मैक्सिमम 1 टाइम 6 मंथ रुक सकते हैं, चाहे आपके पास जो वीज़ा वो 10 ईयर का है। यूके आपको 6 मंथ का वीज़ा देता है तो आप 6 मंथ रुक सकते हैं। शेंगन जो है वो आपको स्टे के मुताबिक, और रशिया आपको स्टे के मुताबिक वीज़ा देता है। और ऑस्ट्रेलिया आपको 1 साल का वीज़ा देता है जिसमें से आप 3 मंथ वहाँ पे रुक सकते हैं। तो ये सारा प्रोसेस होता है, जितना आपको वीज़ा मिला है उसके मुताबिक ही आपको रुकना पड़ेगा। यदि आप 1 दिन भी ज़्यादा रुकेंगे तो आप ओवर स्टे हो जाएंगे, तो आप उनके जो नियम है वो तोड़ देते हो, तो आपको फिर दोबारा वीज़ा नहीं मिलता। तो ध्यान रखिए, आप जितने आपकी वीज़ा की वैलिडिटी है उतना ही आप रुकने की कोशिश कीजिए। थैंक यू। अगला कमेंट है रणदीप सिंह ਦਾ। ਲਿਖਦੇ ਨੇ, ਕੋਈ ਬ੍ਰਦਰ ਇਹ ਦੱਸੇਗਾ ਕਿ ਵਿਦਆਊਟ ਸ਼ੈਂਗਨ ਵੀਜ਼ਾ ਅਗਰ ਇੰਡੀਵਿਜੂਅਲੀ ਓਨਲੀ ਜਰਮਨੀ ਦਾ ਵੀਜ਼ਾ ਹੋਵੇ ਤਾਂ ਮੈਂ ਫਰਾਂਸ ਜਾਂ ਸਪੇਨ ਜਾ ਸਕਦਾ ਹਾਂ? ਅਗਰ ਕਿਸੇ ਨੂੰ ਕਲੀਅਰ ਹੈ ਤਾਂ ਇੱਥੇ ਰਿਪਲਾਈ ਕਰਿਓ। ਰਣਦੀਪ ਜੀ, ਜਿਹੜੇ ਜਰਮਨ, ਫਰਾਂਸ, ਇਟਲੀ, ਇਹ ਵੀਜ਼ੇ ਜ਼ਿਆਦਾਤਰ ਸ਼ੈਂਗਨ ਹੀ ਹੁੰਦੇ ਨੇ। ਜੇਕਰ ਤੁਹਾਡੇ ਵੀਜ਼ੇ ਦੇ ਉੱਤੇ ਲਿਖਿਆ ਹੋਇਆ ਸ਼ੈਂਗਨ ਸਟੇਟ, ਫਿਰ ਉਹ ਵੀਜ਼ਾ ਤੁਹਾਡਾ ਪੂਰੇ ਸ਼ੈਂਗਨ ਕੰਟਰੀਜ਼ ਵਾਸਤੇ ਵੈਲਿਡ ਹੈਗਾ। ਇੰਡੀਵਿਜੂਅਲ ਵੀਜ਼ਾ ਬਹੁਤ ਘੱਟ ਮਿਲਦਾ ਹੈਗਾ, ਕੁਝ ਖਾਸ ਰੀਜ਼ਨਾਂ 'ਤੇ ਜਾਂ ਕੁਝ ਖਾਸ ਓਕੇਜਨ 'ਤੇ ਹੀ ਤੁਹਾਨੂੰ ਓਨਲੀ ਫਰਾਂਸ ਦਾ ਵੀਜ਼ਾ ਮਿਲਦਾ ਹੈ, ਪਰ ਇਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਨਾ ਮਾਤਰ ਹੁੰਦੇ ਨੇ। ਠੀਕ ਹੈ, ਸੋ ਇਹ ਜ਼ਿਆਦਾਤਰ ਵੀਜ਼ਾ ਜਿਹੜਾ ਲੱਗਦਾ ਹੈਗਾ ਫਰਾਂਸ ਦਾ, ਜਰਮਨ ਦਾ, ਇਟਲੀ ਦਾ, ਸਵਿਟਜ਼ਰਲੈਂਡ ਦਾ, ਇਹ ਸ਼ੈਂਗਨ ਵੀਜ਼ਾ ਹੁੰਦਾ ਹੈ। ਜਾਂ ਤੁਸੀਂ 26 ਕੰਟਰੀਆਂ ਦੇ ਵਿੱਚ ਇਸੇ ਵੀਜ਼ੇ 'ਤੇ ਜਾ ਸਕਦੇ ਹੋ। ਸੋ ਤੁਸੀਂ ਚੈੱਕ ਕਰ ਲਿਓ, ਹੋ ਸਕਦਾ ਤੁਹਾਨੂੰ ਭੁਲੇਖਾ ਹੋਵੇ ਤੁਹਾਡਾ ਵੀਜ਼ਾ ਸ਼ੈਂਗਨ ਹੋਏਗਾ। ਠੀਕ ਹੈ, ਜੇ ਸ਼ੈਂਗਨ ਵੀਜ਼ਾ ਤਾਂ ਤੁਸੀਂ ਘੁੰਮ ਸਕਦੇ ਹੋ। ਜੇ ਇਕੱਲਾ ਜਰਮਨ ਦਾ ਵੀਜ਼ਾ ਫਿਰ ਤੁਸੀਂ ਕਿਤੇ ਹੋਰ ਨਹੀਂ ਜਾ ਸਕਦੇ, ਪਰ ਜਰਮਨ ਦਾ ਵੀਜ਼ਾ ਇਕੱਲਾ ਨਹੀਂ ਹੋਏਗਾ, ਤੁਸੀਂ ਇੱਕ ਵਾਰੀ ਆਪਦਾ ਚੈੱਕ ਕਰ ਲਿਓ। ਅਗਲਾ ਕਮੈਂਟ ਹੈ ਜੀ नितिन सिंगरोहा का। लिखते हैं, हेलो सर, वर्क वीज़ा एप्लीकेशन लगवा सकते हो आप? बिल्कुल बिल्कुल लगा सकते हैं जी। जेकर ਤੁਹਾਡੇ ਕੋਲ LMI ਹੈਗੀ ਹੈ ਤੇ ਅਸੀਂ ਤੁਹਾਡੀ ਜਿਹੜੀ ਹੈਗੀ ਹੈ ਐਪਲੀਕੇਸ਼ਨ ਲਾ ਸਕਦੇ ਹਾਂ, ਤੁਹਾਡੀ ਹੈਲਪ ਕਰ ਸਕਦੇ ਹਾਂ। ਵਰਕ ਵੀਜ਼ਾ ਵਾਸਤੇ ਤੁਹਾਨੂੰ ਵਰਕ ਵੀਜ਼ਾ ਦੀਆਂ ਜਿਹੜੀ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ। ਜਿਵੇਂ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਤੁਹਾਡਾ 3 ਸਾਲ ਦਾ ਐਕਸਪੀਰੀਅੰਸ ਹੋਵੇ, ਤੁਹਾਡੀ ਉਮਰ 45 ਸਾਲ ਤੋਂ ਘੱਟ ਹੋਵੇ, ਅਤੇ ਤੁਹਾਡੇ ਕੋਲ ਆਈਲੈਟਸ ਜਿਹੜਾ ਹੈਗਾ ਕੀਤਾ ਹੋਇਆ ਹੋਵੇ। ਅਤੇ ਜੇ C ਅਤੇ D ਕੈਟਾਗਰੀ ਦਾ ਕੰਮ ਹੈ ਤੁਹਾਡੇ ਕੋਲ, ਉਹਦੇ ਵਿੱਚ ਆਈਲੈਟਸ ਦੀ ਲੋੜ ਨਹੀਂ ਪੈਂਦੀ, ਬਾਕੀ ਸ਼ਰਤਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਹੋ। ਸੋ ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਔਰ ਤੁਹਾਡੇ ਕੋਲ LMI ਚਾਹੀਦੀ ਹੈ ਜੋਬ ਆਫਰ ਕੈਨੇਡਾ ਤੋਂ, ਜੇ ਇਹ ਚੀਜ਼ ਹੈਗੀ ਹੈ ਤਾਂ ਤੁਸੀਂ ਆਪ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਜੀ। ਪਵਨ ਮਾਨ ਲਿਖਦੇ ਨੇ, ਵਿਜ਼ਟਰ ਜੁਲਾਈ ਦੀ ਲਾਈ ਹੈ ਜੀ ਫਾਈਲ, ਰਿਜ਼ਲਟ ਨਹੀਂ ਆ ਰਿਹਾ। ਦੇਖੋ, ਰਿਜ਼ਲਟ ਜ਼ਰੂਰ ਦੋਸਤੋ ਅੱਗੇ ਪਿੱਛੇ ਹੋ ਰਹੇ ਨੇ, ਕਿਉਂਕਿ ਪਿਛਲੇ ਸਾਲ ਦੀ ਵੀ ਕਈ ਫਾਈਲਾਂ ਲੱਗੀਆਂ ਹੋਈਆਂ ਨੇ, ਰਿਜ਼ਲਟ ਹਾਲੇ ਤੱਕ ਨਹੀਂ ਆ ਰਹੇ। ਮੈਂ ਤੁਹਾਨੂੰ ਇਹੀ ਸਲਾਹ ਦਿੰਦਾ ਕਿ ਜੇ ਸਤੰਬਰ ਤੋਂ ਪਹਿਲਾਂ ਤੁਹਾਡੀ ਫਾਈਲ ਲੱਗੀ ਹੋਈ ਹੈ ਤਾਂ ਤੁਸੀਂ ਫਾਈਲ ਵਿਡਰਾ ਕਰਕੇ ਦੁਬਾਰਾ ਲਾ ਸਕਦੇ ਹੋ।
ਵੇਟ ਕਰਨਾ ਚਾਹੁੰਦੇ ਹੋ, ਜਿਹਨਾਂ ਨੂੰ ਪੈਸੇ ਦੀ ਦਿੱਕਤ ਹੈਗੀ ਉਹ ਵੇਟ ਕਰ ਸਕਦੇ ਨੇ, ਕਿਉਂਕਿ ਕਈ ਕਲਾਇੰਟ ਸਵਾਲ ਕਰਦੇ ਨੇ ਵੀ ਜੇ ਅਸੀਂ ਫਾਈਲ ਵਿਡਰਾ ਕਰਕੇ ਦੁਬਾਰੇ ਲਾਵਾਂਗੇ ਕੀ ਸਾਨੂੰ ਫੀਸ ਦੁਬਾਰਾ ਤੋਂ ਭਰਨੀ ਪਵੇਗੀ। ਬਿਲਕੁਲ ਜੀ, ਜੇ ਤੁਸੀਂ ਦੁਬਾਰਾ ਤੋਂ ਫਾਈਲ ਲਾਉਂਦੇ ਹੋ ਤੁਹਾਨੂੰ ਫੀਸ ਵੀ ਦੁਬਾਰੇ ਭਰਨੀ ਪਏਗੀ। ਜੇ ਤੁਸੀਂ ਕਿਸੇ ਹੋਰ ਕੰਸਲਟੈਂਟ ਕੋਲ ਜਾਂਦੇ ਹੋ ਤੁਹਾਡੇ ਤੋਂ ਕੰਸਲਟੈਂਟ ਵੀ ਚਾਰਜ ਕਰੇਗਾ। ਸੋ ਜਿਹੜੇ ਮੇਰੇ ਵੀਰ ਇਹ ਖਰਚਾ ਅਫੋਰਡ ਕਰ ਸਕਦੇ ਹੈਗੇ ਆ ਤਾਂ ਉਹਨਾਂ ਨੂੰ ਫਾਈਲ ਵਿਡਰਾ ਕਰਕੇ ਦੁਬਾਰੇ ਲਾ ਲੈਣੀ ਚਾਹੀਦੀ ਹੈ। ਜਿਹੜੇ ਨਹੀਂ ਕਰ ਸਕਦੇ ਉਹ ਵੇਟ ਕਰ ਲੈਣ। ਓਂਕਾਰ ਚੀਮਾ ਦਾ ਅਗਲਾ ਕਮੈਂਟ ਹੈ ਜੀ, ਹੈਲੋ ਸਤਿ ਸ਼੍ਰੀ ਅਕਾਲ ਸਰ ਜੀ, ਮੇਰੀ ਸਿਸਟਰ ਇੰਡੀਆ ਤੋਂ PR 'ਤੇ ਗਏ ਸੀ ਕੈਨੇਡਾ, ਮੈਰਿਜ ਹੋਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਪੋਂਸਰ ਕੀਤਾ ਕੈਨੇਡਾ 'ਚ ਮੈਰਿਜ ਐਨੀਵਰਸਰੀ 'ਚ। ਮੋਮ ਡੈਡ ਦਾ ਵੀਜ਼ਾ ਲੱਗ ਗਿਆ ਸੀ, ਮੇਰੀ ਏਜ 26 ਸਾਲ ਹੈ ਅਤੇ ਮੈਂ ਇਕੱਲੇ ਨੇ ਫਾਈਲ ਸਬਮਿਟ ਕਰਾਈ ਸੀ, ਮੇਰੀ ਰਿਫਿਊਜ਼ਲ ਲੱਗ ਗਈ ਹੈ ਜੀ। ਮੈਂ ਫਿਰ ਰਿਪਲਾਈ ਕਰਤਾ, ਫਿਰ ਰਿਫਿਊਜ਼ਲ ਆ ਗਈ ਮਾਰਚ 2019 ਵਿੱਚ, 2 ਰਿਫਿਊਜ਼ਲ ਆ ਗਈਆਂ ਨੇ ਜੀ। ਐਂਡ ਇੰਡੀਆ 'ਚ ਐਗਰੀਕਲਚਰ ਦਾ ਕੰਮ ਸ਼ੋਅ ਕੀਤਾ ਸੀ, ਮੈਂ ਹੁਣ ਫਾਈਲ ਲਗਾਵਾਂ ਤਾਂ ਵੀਜ਼ਾ ਆ ਸਕਦਾ ਜੀ। ਦੇਖੋ ਜੀ ਇਹਦੇ ਵਿੱਚ ਜੇਕਰ ਤੁਹਾਡਾ ਬਲੱਡ ਰਿਲੇਸ਼ਨ ਹੈਗਾ ਕੈਨੇਡਾ ਦੇ ਵਿੱਚ, ਠੀਕ ਹੈ, ਤਾਂ ਤੁਹਾਡਾ ਵੀਜ਼ਾ ਆ ਜਾਂਦਾ ਹੈ। ਪਰ ਆਪਾਂ ਗਲਤੀ ਕਿੱਥੇ ਕਰ ਲੈਂਦੇ ਨੇ, ਗਲਤੀ ਆਪਣੇ ਤੋਂ ਇੱਥੇ ਹੋ ਜਾਂਦੀ ਜਦੋਂ ਆਪਾਂ ਨੂੰ ਕਿਸੇ ਆਪਣੇ ਬਲੱਡ ਸਪੋਂਸਰ ਦੀ ਬਲੱਡ ਰਿਲੇਸ਼ਨ ਦੀ ਸਪੋਂਸਰ ਆ ਜਾਂਦੀ ਹੈ, ਫਿਰ ਆਪਾਂ ਥੋੜ੍ਹੇ ਜਿਹੇ ਈਜ਼ੀ ਹੋ ਜਾਂਦੇ, ਆਪਾਂ ਫਿਰ ਆਪਣੇ ਪੇਪਰਾਂ ਵੱਲ ਧਿਆਨ ਨਹੀਂ ਦਿੰਦੇ, ਠੀਕ ਹੈ। ਆਪਾਂ ਨੂੰ ਇਹ ਹੁੰਦਾ ਕਿ ਸਪੋਂਸਰ ਆ ਗਈ ਜੀ, ਬਸ ਬੈਂਕ ਦੀ ਸਟੇਟਮੈਂਟ ਲਾ ਦਿਓ, ਥੋੜ੍ਹਾ ਮੋਟਾ ਕੋਈ ਇਨਕਮ ਦਾ ਸੋਰਸ ਦਿਖਾ ਦਿਓ, ਦੈਟਸ ਇਟ, ਵੀਜ਼ਾ ਆ ਜਾਏਗਾ। ਵੀਜ਼ਾ ਜਿਹੜਾ ਹੈਗਾ ਦੋਸਤੋ ਤੁਹਾਡੇ ਕਾਗਜ਼ਾਂ ਪੱਤਰਾਂ 'ਤੇ ਆਉਣਾ ਹੈਗਾ। ਸੋ ਜੇ ਤੁਹਾਡਾ ਬਲੱਡ ਰਿਲੇਸ਼ਨ ਹੈ, ਤੁਹਾਡਾ ਭੈਣ ਭਾਈ ਕੈਨੇਡਾ ਦੇ ਵਿੱਚ ਹੈਗਾ, ਤਾਂ ਤੁਹਾਨੂੰ 1 ਸਾਲ ਪਹਿਲਾਂ ਇਹਦੀ ਜਿਹੜੀ ਹੈਗੀ ਹੈ ਤਿਆਰੀ ਕਰਨੀ ਚਾਹੀਦੀ ਹੈ। 1 ਸਾਲ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, 1 ਸਾਲ ਦੇ ਵਿੱਚ ਤੁਸੀਂ ਆਪਦਾ ਕੰਮਕਾਰ ਦਿਖਾ ਸਕਦੇ ਹੋ, 1 ਸਾਲ ਦੇ ਵਿੱਚ ਤੁਸੀਂ 2 ਰਿਟਰਨਾਂ ਭਰ ਸਕਦੇ ਹੋ, 1 ਸਾਲ ਦੇ ਵਿੱਚ ਤੁਸੀਂ 1-2 ਕੰਟਰੀ ਵਿਜ਼ਿਟ ਕਰ ਸਕਦੇ ਹੋ। ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਦੀ ਪ੍ਰੋਫਾਈਲ ਸਟਰੋਂਗ ਬਣਾ ਸਕਦੇ ਹੋ। ਭੈਣ ਭਾਈ ਮਾਂ ਬਾਪ ਜਿਹੜਾ ਵੀਜ਼ਾ ਹੈਗਾ ਉਹ ਬਹੁਤ ਈਜ਼ੀ ਮਿਲ ਜਾਂਦਾ ਹੈ, ਪਰ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ। ਸਪੋਂਸਰ ਤੋਂ ਬਾਅਦ ਵੀ ਇਹ ਨਹੀਂ ਹੁੰਦਾ, ਸਪੋਂਸਰ ਦਾ ਮਤਲਬ ਕਦੇ ਨਹੀਂ ਇਹ ਨਹੀਂ ਹੁੰਦਾ ਕਿ ਤੁਹਾਨੂੰ ਵੀਜ਼ਾ ਮਿਲ ਜਾਏਗਾ। ਸਪੋਂਸਰ ਦਾ ਮਤਲਬ ਇੰਨਾ ਕੁ ਹੁੰਦਾ ਕਿ ਤੁਹਾਡਾ ਕੋਈ ਜਾਣ ਪਛਾਣ ਹੈਗਾ, ਤੁਹਾਡਾ ਬਲੱਡ ਰਿਲੇਸ਼ਨ ਹੈ, ਤੁਹਾਡੀ ਜ਼ਿੰਮੇਵਾਰੀ ਚੱਕਣ ਵਾਲਾ ਬੰਦਾ ਉੱਥੇ ਕੋਈ ਹੈਗਾ ਅਤੇ ਤੁਹਾਡਾ ਉੱਥੇ ਖਰਚਾ ਚੱਕੇਗਾ ਅਤੇ ਤੁਹਾਨੂੰ ਜਿਹੜਾ ਹੋਰ ਕੋਈ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਉਹਦੀ ਉਹ ਕੇਅਰ ਟੇਕ ਕਰੇਗਾ, ਠੀਕ ਹੈ। ਇੰਨਾ ਕੁ ਮਕਸਦ ਹੁੰਦਾ ਹੈ, ਪਰ ਲੋਕ ਇਸ ਦਾ ਗਲਤ ਮਤਲਬ ਕੱਢ ਲੈਂਦੇ ਕਿ ਮੈਨੂੰ ਸਪੋਂਸਰ ਆ ਗਈ, ਕਿਉਂਕਿ ਸਪੋਂਸਰ ਜਦੋਂ ਆ ਜਾਂਦੀ ਹੈ ਨਾ ਫਿਰ ਤੁਸੀਂ ਕਿਸੇ ਕੰਸਲਟੈਂਟ ਕੋਲ ਚਲੇ ਜਾਂਦੇ ਹੋ, ਕੰਸਲਟੈਂਟ ਤੁਹਾਨੂੰ ਵਧੀਆ ਤਰੀਕੇ ਨਾਲ ਐਂਟਰਟੇਨ ਨਹੀਂ ਕਰਦਾ, ਕਿਉਂਕਿ ਉਹਨਾਂ ਵਾਸਤੇ ਇੱਕ ਕਲਾਇੰਟ ਹੁੰਦਾ ਹੈ, ਉਹਨਾਂ ਦਾ ਮਕਸਦ ਹੁੰਦਾ ਹੈ ਕਿ ਅਸੀਂ 25-30 ਹਜ਼ਾਰ ਰੁਪਏ ਲੈ ਲਈਏ, ਵੀਜ਼ਾ ਲੱਗੇ ਜਾਂ ਨਾ ਲੱਗੇ। ਇਸ ਚੀਜ਼ ਦੀ ਤੁਸੀਂ ਧਿਆਨ ਰੱਖਣਾ ਹੈਗਾ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਆ ਉਹ ਵਧੀਆ ਹੋਵੇ, ਔਰ ਜੇ ਤੁਹਾਨੂੰ ਸਪੋਂਸਰ ਆਉਂਦੀ ਹੈ ਫਿਰ ਤਾਂ ਤੁਹਾਡੀ ਪ੍ਰੋਫਾਈਲ ਹੋਰ ਵੀ ਜਿਹੜੀ ਹੈਗੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ। ਸੋ ਜੇ ਕਿਸੇ ਨੂੰ ਸਪੋਂਸਰ ਆਉਂਦੀ ਹੈ, ਜੇ ਤੁਸੀਂ ਆਪਦੀ ਪ੍ਰੋਫਾਈਲ ਦਾ ਥੋੜ੍ਹਾ ਜਿਹਾ ਵੀ ਧਿਆਨ ਰੱਖ ਲਓਗੇ ਤਾਂ ਵੀਜ਼ਾ ਤੁਹਾਨੂੰ ਮਿਲ ਜਾਏਗਾ। ਸੋ ਤੁਹਾਨੂੰ ਕੋਈ ਵਧੀਆ ਕੰਸਲਟੈਂਟ ਹਾਇਰ ਕਰਨਾ ਚਾਹੀਦਾ, ਕਿਸੇ ਦੀ ਸਲਾਹ ਲੈਣੀ ਚਾਹੀਦੀ ਹੈ ਤੁਹਾਨੂੰ ਜਾਂ ਤਾਂ ਕਿ ਤੁਹਾਨੂੰ ਉਹ ਇਹ ਦੱਸ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਪੇਪਰ ਤਿਆਰ ਕਰਨੇ ਨੇ, ਕਿੰਨੇ ਦਿਨ ਪਹਿਲਾਂ ਕਰਨੇ ਨੇ, ਤਾਂ ਕਿ ਤੁਹਾਡਾ ਵੀਜ਼ਾ ਆ ਜਾਏ। ਤੁਹਾਡੀਆਂ 2 ਰਿਫਿਊਜ਼ਲਾਂ ਹੋ ਚੁੱਕੀਆਂ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਸੀਂ ਹੁਣ ਪਿਛਲੇ ਲਾਸਟ ਮੰਥ 6 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਿੱਤਾ ਸੀਗਾ, ਕੋਈ ਦਿੱਕਤ ਨਹੀਂ। ਰਿਫਿਊਜ਼ਲ ਦਾ ਮਤਲਬ ਇਹ ਨਹੀਂ ਹੁੰਦਾ ਤੁਹਾਨੂੰ ਕਦੇ ਵੀਜ਼ਾ ਨਹੀਂ ਮਿਲਣਾ। ਹਾਂ, ਕਿਸ ਕਾਰਨ ਕਰਕੇ ਤੁਹਾਡੀ ਰਿਫਿਊਜ਼ਲ ਆਈ ਹੈਗੀ ਹੈ, ਉਹ ਕਾਰਨ ਨੂੰ ਦੇਖ ਕੇ ਉਹਨੂੰ ਸਹੀ ਕਰਨਾ ਪੈਂਦਾ ਹੈਗਾ, ਉਹਨੂੰ ਟਾਈਮ ਲੱਗ ਜਾਂਦਾ ਹੈਗਾ। ਪੇਸ਼ੈਂਸ ਤੁਹਾਡੇ 'ਚ ਹੋਣੀ ਚਾਹੀਦੀ, ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ। ਸੋ ਤੁਹਾਡੀ ਸਿਸਟਰ ਉੱਥੇ ਹੈ, ਤੁਹਾਡੇ ਵਾਸਤੇ ਬਹੁਤ ਪਲੱਸ ਪੁਆਇੰਟ ਹੈ, ਤੁਹਾਡਾ ਵੀਜ਼ਾ ਲੱਗ ਸਕਦਾ ਜੇ ਤੁਸੀਂ ਆਪਦੀ ਪ੍ਰੋਫਾਈਲ ਵੱਲ ਧਿਆਨ ਦਿਓ। ਅਗਲਾ ਕਮੈਂਟ ਹੈ ਜੀ ਤੇਜਸ ਆਫੀਸ਼ੀਅਲ ਦਾ, ਲਿਖਦੇ ਨੇ ਕੈਨੇਡਾ ਟੂਰਿਸਟ ਵੀਜ਼ੇ ਦਾ ਕਿੰਨਾ ਟਾਈਮ ਪ੍ਰੋਸੈਸ ਹੈ ਬ੍ਰਦਰ। ਇਸ ਟਾਈਮ ਜੀ 47 ਡੇ ਦਾ ਪ੍ਰੋਸੈਸ ਆ ਰਿਹਾ ਹੈਗਾ। ਪਹਿਲਾਂ ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਕਿਹੜਾ ਪ੍ਰੋਸੈਸ ਹੈ ਫਾਸਟ ਹੋਇਆ ਸੀਗਾ, ਜਲਦੀ ਵੀਜ਼ੇ ਆਉਣ ਲੱਗ ਗਏ ਸੀਗੇ, ਪਰ ਹੁਣ ਫਿਰ ਥੋੜ੍ਹਾ ਜਿਹਾ ਡਿਲੇ ਹੋਇਆ, ਜ਼ਿਆਦਾ ਨਹੀਂ, 5-7 ਦਿਨਾਂ ਦਾ ਜਿਹੜਾ ਹੈਗਾ ਫਰਕ ਲੱਗਿਆ ਹੈਗਾ। ਸੋ 47 ਡੇ ਦਾ ਟਾਈਮ ਲੱਗਦਾ ਹੈਗਾ ਜੀ, ਤੁਸੀਂ ਉਸ ਮੁਤਾਬਕ ਆਪਦਾ ਜਿਹੜਾ ਹੈਗਾ ਪ੍ਰੋਸੈਸ ਪਾ ਸਕਦੇ ਹੋ। ਸਿੰਗਾਪੁਰ ਅਪਡੇਟ ਲਿਖਦੇ ਨੇ ਅਗਲੇ ਕਮੈਂਟ ਦੇ ਵਿੱਚ, ਵੀਰ ਜੀ ਅਸੀਂ 21 ਦਸੰਬਰ ਨੂੰ ਫਾਈਲ ਲਾਈ ਸੀ, ਉਸ ਤੋਂ ਬਾਅਦ ਸਾਨੂੰ ਬਾਇਓਮੈਟ੍ਰਿਕ ਦੀ ਤਰੀਕ ਮਿਲ ਗਈ ਸੀ, ਪਰ ਕੁਝ ਦਿਨਾਂ ਬਾਅਦ ਸਾਨੂੰ ਮੇਲ ਆਈ ਕਿ ਮੇਰੀ ਬਾਇਓਮੈਟ੍ਰਿਕ ਪਹਿਲਾਂ ਹੋ ਗਈ ਹੈ, ਪਰ ਮੈਂ ਪਹਿਲੀ ਵਾਰ ਕੈਨੇਡਾ ਲਈ ਅਪਲਾਈ ਕੀਤਾ ਹੈ। ਅਸੀਂ ਦੁਬਾਰਾ ਮੇਲ ਕੀਤੀ, ਅੱਜ 25 ਦਿਨ ਹੋ ਗਏ, ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਮੇਰੇ ਫਰੈਂਡ ਨੇ ਸਪੋਂਸਰ ਕੀਤਾ ਹੈ, ਉਸਨੇ ਸਪੋਂਸਰ ਲੈਟਰ ਵਿੱਚ ਸਿਰਫ ਕ੍ਰਿਸਮਸ ਦੌਰਾਨ 2 ਮਹੀਨੇ ਹੀ ਲਿਖਿਆ ਸੀ, ਮੇਰਾ 1 ਮਹੀਨਾ ਵੇਸਟ ਹੋ ਗਿਆ ਜੀ, ਹੁਣ ਸਾਨੂੰ ਕੀ ਕਰਨਾ ਚਾਹੀਦਾ। ਇਹ ਜਿਹੜੀ ਪ੍ਰੋਬਲਮ ਹੈਗੀ ਤੁਹਾਡੇ ਇਕੱਲਿਆਂ ਦੀ ਨਹੀਂ ਹੈਗੀ, ਇਹ ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਹੈਗੀ ਹੈ। ਕਈ ਵਾਰੀ ਕੀ ਹੁੰਦਾ ਹੈ
कि अपने बायोमैट्रिक ਆਪਾਂ नहीं ਦਿੱਤੇ ਹੁੰਦੇ पर ਸਾਡੇ ਬਾਇਓਮੈਟ੍ਰਿਕ ਆਪਣੇ ਆਪ ਜਿਹੜੇ ਹੈਗੇ ਨੇ ਉਹ ਅਪਡੇਟ ਹੋ ਜਾਂਦੇ ਨੇ। ਇਹ ਐਮਬੈਸੀ ਦੇ ਐਂਡ ਦੀ ਪ੍ਰੋਬਲਮ ਹੈਗੀ ਹੈ, ਠੀਕ ਹੈ। ਇਹ ਹੁੰਦਾ ਕਿਉਂ ਹੈ? ਫਰਜ਼ ਕਰੋ ਕਿਸੇ ਨਾਲ ਤੁਹਾਡੀ ਡੇਟ ਆਫ ਬਰਥ ਮੈਚ ਕਰਦੀ ਹੈ, ਕਿਸੇ ਨਾਲ ਤੁਹਾਡਾ ਨੇਮ ਮੈਚ ਕਰ ਜਾਂਦਾ ਹੈ, ਜਾਂ ਕਿਸੇ ਨਾਲ ਤੁਹਾਡੇ ਫਾਦਰ ਦਾ ਨੇਮ ਜਿਹੜਾ ਹੈਗਾ ਮੈਚ ਕਰ ਜਾਂਦਾ ਹੈਗਾ। ਸੋ ਇਹ ਕਾਰਨਾਂ ਕਰਕੇ ਤੁਹਾਡਾ ਜਿਹੜਾ ਹੈਗਾ ਉਹ ਬਾਏ ਮਿਸਟੇਕ ਐਡਵਾਂਸ ਦੇ ਵਿੱਚ ਜਿਹੜਾ ਹੈਗਾ ਅਪਡੇਟ ਹੋ ਜਾਂਦਾ ਤੁਹਾਡਾ ਬਾਇਓਮੈਟ੍ਰਿਕ। ਇਹ ਥੋੜ੍ਹਾ ਜਿਹਾ ਕ੍ਰਿਟੀਕਲ ਪ੍ਰੋਸੈਸ ਹੈ, ਇਹਨੂੰ ਜਿਹੜਾ ਠੀਕ ਹੋਣ ਨੂੰ ਟਾਈਮ ਲੱਗ ਜਾਂਦਾ। ਕਈ ਵਾਰੀ ਇੱਕ ਮੇਲ ਪਾ ਕੇ ਠੀਕ ਹੋ ਜਾਂਦਾ, ਕਈ ਵਾਰੀ 6 ਮਹੀਨੇ ਵੀ ਲੱਗ ਜਾਂਦੇ ਨੇ। ਸੋ ਇਹ ਨਾ ਤਾਂ ਕਿਸੇ ਕੰਸਲਟੈਂਟ ਦੇ ਹੱਥ ਦੇ ਵਿੱਚ ਹੈਗੀ ਹੈ ਇਹ ਗਲਤੀ, ਇਹ ਕੁਦਰਤੀ ਤੌਰ 'ਤੇ ਹੋ ਜਾਂਦੀ ਹੈ, ਐਮਬੈਸੀ ਦੇ ਐਂਡ ਦੀ ਗਲਤੀ ਹੈ। ਇਹ ਜਿੱਥੋਂ ਤੁਸੀਂ ਫਾਈਲ ਅਪਲਾਈ ਕਰਾਈ ਸੀ, ਜਿਹੜਾ ਤੁਹਾਡਾ ਕੰਸਲਟੈਂਟ ਹੈ ਉਹੀ ਤੁਹਾਡੀ ਜਿਹੜੀ ਹੈਗੀ ਹੈ ਇਹਦੇ ਵਿੱਚ ਹੈਲਪ ਕਰ ਸਕਦਾ ਜੀ। ਅਗਲੇ ਹਰਦੀਪ ਸਿੰਘ ਯੂਪੀ ਤੋਂ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੀਪ ਰਾਏ ਦਾ ਅਗਲਾ ਕਮੈਂਟ ਹੈ, ਹੈਲੋ ਸਰ, ਸਾਡੀ ਕੈਨੇਡਾ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਿਆ ਨੂੰ 86 ਦਿਨ ਹੋ ਗਏ ਨੇ ਜੀ, ਇੰਨਾ ਟਾਈਮ ਕਿਉਂ ਲੱਗ ਰਿਹਾ ਜੀ? ਗੁਰਪ੍ਰੀਤ ਜੀ ਦੇਖੋ, ਹੁਣ ਟਾਈਮ ਤਾਂ ਹਰ ਇੱਕ ਬੰਦੇ ਦਾ ਹੀ ਲੱਗ ਰਿਹਾ, ਤੁਹਾਡਾ ਇਕੱਲਿਆਂ ਦਾ ਨਹੀਂ, ਹਰ ਇੱਕ ਦਾ ਹੀ ਟਾਈਮ ਲੱਗ ਰਿਹਾ ਜੀ। ਸੋ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਅਰਦਾਸ ਕਰੋ ਮਹਾਰਾਜ ਅੱਗੇ ਤੇ ਵੇਟ ਕਰੋ, ਨਹੀਂ ਆਪਦੀ ਜਿਹੜੀ ਫਾਈਲ ਹੈਗੀ ਹੈ ਉਹ ਤੁਸੀਂ ਵਿਡਰਾ ਕਰਾ ਕੇ ਜਿਹੜੀ ਹੈਗੀ ਹੈ ਉਹ ਦੁਬਾਰੇ ਲਾ ਸਕਦੇ ਹੋ, ਜਾਂ ਥੋੜ੍ਹਾ ਜਿਹਾ ਤੁਸੀਂ ਵੇਟ ਕਰ ਲਓ। ਅਗਲਾ ਕਮੈਂਟ ਹੈ ਜੀ ਅਜੇ ਕੁਮਾਰ ਦਾ, ਸਰ USA ਐਮਬੈਸੀ ਖੁੱਲ੍ਹ ਗਈ ਹੈ ਕਿ ਨਹੀਂ? ਨਹੀਂ ਜੀ, ਹਲੇ USA ਐਮਬੈਸੀ ਖੁੱਲ੍ਹੀ ਨਹੀਂ। ਬੜੇ ਸਾਰੇ ਲੋਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਇੰਡੀਆ ਦੇ ਵਿੱਚ ਹਲੇ ਜਿਹੜੀ ਹੈਗੀ US ਐਮਬੈਸੀ ਓਪਨ ਨਹੀਂ ਹੋਈ। ਤੁਹਾਡੇ ਵਰਗੇ ਹੋਰ ਵੀ ਬਹੁਤ ਕਾਲਸ ਆਉਂਦੀਆਂ ਨੇ ਸਾਨੂੰ, ਠੀਕ ਹੈ। ਸੋ ਵੇਟ ਕਰ ਲਓ ਭਾਜੀ, ਕੁਛ ਕੰਟਰੀਆਂ ਦੇ ਵਿੱਚ ਐਮਬੈਸੀ ਓਪਨ ਹੈ, ਪਰ ਇੰਡੀਆ ਦੇ ਵਿੱਚ US ਐਮਬੈਸੀ B1 B2 ਵੀਜ਼ਾ ਵਾਸਤੇ ਹਲੇ ਓਪਨ ਨਹੀਂ ਹੈਗੀ ਜੀ। ਸਿਮਰਤ ਅਤਵਾਲ ਲਿਖਦੇ ਨੇ, ਸਰ ਮੈਂ ਦੋਹਾ ਕਤਰ ਤੋਂ ਹਾਂ, ਮੇਰੇ ਬਾਇਓਮੈਟ੍ਰਿਕ 28 ਨਵੰਬਰ 2021 ਨੂੰ ਹੋਏ ਸੀਗੇ ਜੀ। ਵਿਜ਼ਟਰ ਵੀਜ਼ਾ ਲਈ ਫਾਈਲ ਲਾਈ ਹੈ, ਪ੍ਰੋਫਾਈਲ ਦੇ ਵਿੱਚ 3 ਈਅਰ ਓਲਡ ਕਤਰ ਵੀਜ਼ਾ ਦੀ ID ਲੱਗੀ ਹੈ ਜੀ, 2 ਈਅਰ ਓਲਡ ਡਰਾਈਵਿੰਗ ਲਾਇਸੈਂਸ, +2 ਦਾ ਸਰਟੀਫਿਕੇਟ, ਆਧਾਰ ਕਾਰਡ, ਸਪੋਂਸਰ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੀ ਬੈਂਕ ਸਟੇਟਮੈਂਟ ਆਪਣੀ ਲਗਾਈ ਹੈ। ਵੀਜ਼ਾ ਆਉਣ ਦੇ ਚਾਂਸਿਸ ਕਿੰਨੇ ਨੇ ਜੀ, ਕਿੰਨੇ % ਨੇ ਪ੍ਰੋਫਾਈਲ ਅਕੋਰਡਿੰਗ? ਦੇਖੋ, ਤੁਸੀਂ ਪ੍ਰੋਫਾਈਲ ਬਾਰੇ ਦੱਸਿਆ ਨਹੀਂ ਜੀ। ਜਿਹੜੇ ਵੀਜ਼ਾ ਆਉਣ ਦੇ ਚਾਂਸਿਸ ਹੁੰਦੇ ਨੇ ਉਹ ਤੁਹਾਡੀ ਇਨਕਮ ਦੇ ਹੁੰਦੇ ਨੇ ਜੀ। ਜੇ ਤੁਸੀਂ ਬਾਹਰ ਕਿਤੇ ਕੰਮ ਕਰਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਪੇਪਰ ਲਾਣੇ ਪੈਂਦੇ ਨੇ। ਜੇ ਤੁਸੀਂ ਆਊਟ ਆਫ ਕੰਟਰੀ ਹੋ, ਕਿਤੇ ਕੰਮ ਕਰ ਰਹੇ ਹੋ, ਤੁਹਾਡਾ ਵਰਕ ਕੰਟਰੈਕਟ ਜਿਹੜਾ ਤੁਹਾਡਾ ਜਿੱਥੇ ਤੁਸੀਂ ਕੰਮ ਕਰਦੇ ਹੋ ਕੰਟਰੈਕਟ ਦੀ ਕਾਪੀ ਲਾਣੀ ਪੈਂਦੀ ਹੈ। ਜਿਹੜੇ ਅਕਾਊਂਟ 'ਤੇ ਵੀ ਤੁਹਾਡੀ ਸੈਲਰੀ ਆਉਂਦੀ ਹੈ ਉਹਦੀ ਸਟੇਟਮੈਂਟ ਲਾਣੀ ਪੈਂਦੀ ਹੈ। ਲੀਵ ਲੈਟਰ ਜਾਂ NOC ਲਾਣੀ ਪੈਂਦੀ ਹੈ। ਬੈਂਕ ਬੈਲੈਂਸ ਜਿਹੜਾ ਹੈਗਾ ਲਾਣਾ ਪੈਂਦਾ ਹੈਗਾ। ਸੋ ਇਹ ਸਾਰੇ ਕੁਛ ਦੇ ਵਿੱਚ ਤੁਹਾਡੀ ਜਿਹੜੀ ਇਨਕਮ ਹੈਗੀ ਹੈ ਉਹ ਬਹੁਤ ਮਾਇਨੇ ਰੱਖਦੀ। ਹੁਣ ਤੁਸੀਂ ਇਹਦਾ ਦੱਸਿਆ ਨਹੀਂ ਕਿ ਤੁਹਾਡੀ ਇਨਕਮ ਕਿੰਨੀ ਹੈ, ਸੋ ਅਸੀਂ ਤੁਹਾਡੇ ਚਾਂਸਿਸ ਨਹੀਂ ਦੱਸ ਸਕਦੇ। ਤੁਸੀਂ ਦੱਸੋ ਕਿ ਤੁਹਾਡੀ ਇਨਕਮ ਕਿੰਨੀ ਹੈ, ਫਿਰ ਹੀ ਜਿਹੜਾ ਹੈਗਾ ਆਪਾਂ ਤੁਹਾਡੇ ਇਹਦੇ ਬਾਰੇ ਦੱਸ ਸਕਦੇ ਹਾਂ ਕਿੰਨੇ % ਚਾਂਸਿਸ ਨੇ ਜੀ। ਅਗਲਾ ਕਮੈਂਟ ਹੈ ਜੀ ਮੌਜ ਸੈਫੁੱਲਾ ਦਾ, ਲਿਖਦੇ ਨੇ, ਮੇਰਾ ਨਾਮ मौज सैफुल्ला है जी, मेरे बायोमेट्रिक 31 अगस्त 2020 को हुए हैं, अब तक विजिट वीज़ा का रिप्लाई नहीं आया जी, क्या करें? एप्लीकेशन मेरा प्रोसेस दिखा रहा है जी, क्या कैसे पता लगेगा? देखो सैफुल्ला जी, आपका बहुत ज़्यादा टाइम हो गया है, 2020 से आपका अप्लाई है, 2022 आ गया, 1 साल से भी ज़्यादा का समय हो गया। तो आपके लिए तो यही मेरी सजेशन है कि आप फाइल विड्रा कर लीजिए, बहुत ज़्यादा टाइम हो गया है। 1 साल से जो पुरानी फाइलें हो सकता है उनका नंबर ही अब ना आए, तो आप दोबारा कर लीजिए। दोबारा करेंगे तो आपका जल्दी से प्रोसेस हो जाएगा। आप हमें भी कांटेक्ट कर सकते हैं, हम भी आपकी जो है हेल्प कर सकते हैं। आप दोबारा से लगा लीजिए, क्योंकि अभी तो बहुत ज़्यादा जो है आपका टाइम हो गया जी। फाइल विड्रा कीजिए, दोबारा कीजिए, तो अभी आपके चांसेस बहुत कम है वीज़ा आने के या रिजल्ट आने के। पंकज बत्रा लिखते हैं, सर विजिटर वीज़ा में 1 ईयर की ITR 2.35 लाख की है, कम है तो क्या करें? देखो बहुत कम है जी, 2.35 की आप ITR बता रहे हैं, बहुत कम है। इतनी ITR पे वीज़ा नहीं लगेगा, अप्लाई करने का कोई फ़ायदा नहीं है। यदि आप अप्लाई करना चाहते हैं ITR को बढ़ाइए। ITR के साथ साथ आपकी बैंक स्टेटमेंट है जो वो भी अच्छी होनी चाहिए, तभी आपका बेनिफिट है जी, अदरवाइज़ कोई फ़ायदा नहीं है।
आप अपना जो प्रोफाइल थोड़ी सी अच्छी बनाइए और दोबारा से अप्लाई कीजिए, ठीक है, यानी कि फिर अप्लाई कीजिए, ऐसे इस कम इनकम पे मत अप्लाई कीजिए आप। अगला कमेंट है जी सज्जू राज पोता लिखते हैं, हाउ टू जस्टिफाई पर्सनल लोन इन बैंक स्टेटमेंट फॉर वीज़ा एप्लीकेशन। ये बोल रहे हैं कि जो हमने लोन लिया है पर्सनल, उसको हम जस्टिफाई कैसे करेंगे, उसको सही कैसे दिखाएंगे बैंक स्टेटमेंट में। देखिए लोन लेना कोई बुरी बात नहीं है, और यदि आपने लोन लिया है तो इसका जो असर एप्लीकेशन पे नेगेटिव नहीं पड़ता बल्कि पॉजिटिव पड़ता है, क्योंकि आपके सिर पे लाइबिलिटी है, आप वापस आओगे, तो इसमें जस्टिफिकेशन देने की ज़रूरत नहीं पड़ती। लोन है तो लोन दिखा दीजिए, ठीक है, या कोई और आप लोन शो ही मत कीजिए, ठीक है, आप दूसरा अकाउंट दिखा दीजिए जिसमें लोन ना शो होता हो। यदि आपके पास एक ही बैंक स्टेटमेंट है तो कोई दिक्कत नहीं, आप दिखा सकते हैं, कोई इशू वाली बात नहीं है, डरने वाली बात नहीं है। जो आपकी प्रोफाइल है उसको ऐसे ही शो कर दीजिए, कोई प्रॉब्लम नहीं। पबजी लाइट डेड कमा गेमिंग लिख देने, यूएसए वीज़ा लैन लई ट्रैवलिंग हिस्ट्री होना ਜ਼ਰੂਰੀ ਹੈ ਕਿ ਨਹੀਂ। ਦੇਖੋ ਮੈਂ ਤੁਹਾਨੂੰ ਪਹਿਲਾਂ ਕੱਲ ਵੀ ਇਸ ਦਾ ਰਿਪਲਾਈ ਦਿੱਤਾ ਸੀਗਾ, ਸੇਮ ਕਮੈਂਟ ਸੀਗਾ। ਟਰੈਵਲ ਹਿਸਟਰੀ ਦਾ ਇਹ ਹੁੰਦਾ ਕਿ ਤੁਹਾਡੀ ਇੱਕ ਪ੍ਰੋਫਾਈਲ ਜਿਹੜੀ ਉਹ ਬਣ ਜਾਂਦੀ ਹੈ, ਪਰ ਟਰੈਵਲ ਹਿਸਟਰੀ ਦਾ ਕਦੇ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਵੀਜ਼ਾ ਨਹੀਂ ਮਿਲਦਾ। ਖਾਸ ਕਰਕੇ ਜੇ ਆਪਾਂ ਯੂਐਸਏ ਦੀ ਗੱਲ ਕਰਦੇ ਹਾਂ, ਯੂਐਸਏ ਜਿਹੜਾ ਵੀਜ਼ਾ ਉਹ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਹੈਗਾ, ਤੁਹਾਡੀ ਇੰਟਰਵਿਊ 'ਤੇ ਡਿਪੈਂਡ ਕਰਦਾ ਹੈਗਾ। ਸੋ ਯੂਐਸਏ ਵਾਸਤੇ ਟਰੈਵਲ ਹਿਸਟਰੀ ਜਿਹੜੀ ਹੈਗੀ ਏਡੀ ਕੋਈ ਜ਼ਰੂਰੀ ਨਹੀਂ ਹੁੰਦੀ। ਹਾਂ ਜੇ ਹੈ ਤਾਂ ਤੁਹਾਨੂੰ ਫਾਇਦਾ ਪਹੁੰਚਾਉਂਦੀ ਹੈ, ਨੁਕਸਾਨ ਜਿਹੜਾ ਹੈਗਾ ਨਹੀਂ ਪਹੁੰਚਾਉਂਦੀ। ਸੋ ਦੋਸਤੋ ਇਹ ਸੀਗੇ ਅੱਜ ਦੇ ਕਮੈਂਟ, ਯਾਨੀ ਕਿ ਤੁਹਾਡੇ ਸਵਾਲ ਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਜਿਹੜੇ ਹੈਗੇ ਨੇ ਉਹ ਵਧੀਆ ਲੱਗੇ ਹੋਣਗੇ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮੈਨੂੰ ਇੰਸਟਾ 'ਤੇ ਫਾਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ। ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ, ਆਪਣਾ ਕੇਸ ਅਪਲਾਈ ਕਰਨ ਲਈ ਤੁਸੀਂ ਸਕਰੀਨ ਦੇ ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰਕੇ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।